ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਪੋਲੀਟੀਕਲ ਸਾਇੰਸ ਦੇ ਅਗਲੇ ਵੀਡੀਓ 'ਚ। ਅੱਜ ਦਾ ਸਾਡਾ ਟੌਪਿਕ ਹੈ ਸੰਸਦੀ ਪ੍ਰਣਾਲੀ ਦਾ ਨਮੂਨਾ। ਇਸ ਤੋਂ ਪਹਿਲਾਂ ਅਸੀਂ ਟੌਪਿਕ ਕਰ ਚੁੱਕੇ ਹਾਂ ਪੋਲੀਟੀਕਲ ਸਿਸਟਮ, ਅਤੇ ਹੁਣ ਜਿਵੇਂ ਕਿ ਟੈਸਟ ਹੈ, ਟੈਸਟ ਦੇ ਵਿੱਚ 2 ਚੈਪਟਰ ਆਉਣ ਵਾਲਾ ਹੈ, ਅਤੇ ਇਸ ਲਈ ਸੰਸਦੀ ਪ੍ਰਣਾਲੀ ਦਾ ਨਮੂਨੇ 'ਤੇ ਪਹਿਲਾਂ ਵੀਡੀਓ ਬਣਾ ਰਿਹਾ। ਇਹ ਵੀਡੀਓ ਥੋੜ੍ਹਾ ਜਿਹਾ ਬਰੀਫ 'ਚ ਹੋਏਗਾ, ਫਿਰ ਡਿਟੇਲ ਦੇ ਵਿੱਚ ਇਹਦੇ ਟੌਪਿਕ ਵਾਈਜ਼ ਵੀਡੀਓ ਇਸ ਲੈਸਨ ਦਾ ਬਣਾਵਾਂਗਾ। ਅਤੇ ਚਲੋ ਸ਼ੁਰੂ ਕਰਦੇ ਹਾਂ ਇਸ ਟੌਪਿਕ ਨੂੰ। ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵੀ ਸਾਰੇ ਸਰਕਾਰ, ਜਿੰਨੀਆਂ ਤਰ੍ਹਾਂ ਦੀ ਵੀ ਸਰਕਾਰਾਂ ਹੁੰਦੀਆਂ, ਉਹਨਾਂ ਦੇ 3 ਮੁੱਖ ਅੰਗ ਹੁੰਦੇ ਹਨ: ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਇਹ ਤਿੰਨੇ ਅੰਗਾਂ ਦੇ ਆਪਸ 'ਚ ਅਲੱਗ ਅਲੱਗ ਸੰਬੰਧ ਹੁੰਦੇ ਨੇ। ਇਹਨਾਂ ਸੰਬੰਧਾਂ ਦੇ ਆਧਾਰ 'ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਸਰਕਾਰਾਂ ਨੂੰ ਮੁੱਖ ਰੂਪ ਦੇ ਵਿੱਚ 2 ਭਾਗਾਂ ਵਿੱਚ ਵੰਡਦੇ ਹਾਂ: ਸੰਸਦੀ ਪ੍ਰਣਾਲੀ ਦੀ ਸਰਕਾਰ ਅਤੇ ਪ੍ਰਧਾਨਗੀ ਪ੍ਰਣਾਲੀ ਦੀ ਸਰਕਾਰ। ਸੰਸਦੀ ਪ੍ਰਣਾਲੀ ਦੀ ਸਰਕਾਰ ਦੇ ਵਿੱਚ ਜਿਹੜਾ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਹੁੰਦਾ, ਇਸ ਦੇ ਵਿੱਚ ਗੂੜਾ ਸੰਬੰਧ ਹੁੰਦਾ ਹੈ, ਜਦ ਕਿ ਜਿਹੜੀ ਪ੍ਰਧਾਨਗੀ ਪ੍ਰਣਾਲੀ ਦੀ ਸਰਕਾਰ ਹੈ, ਇਸ ਦੇ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਆਪਣੋ ਪਾਵਰ ਉਹਨਾਂ ਦੇ ਡਿਸਾਈਡਡ ਹੁੰਦੇ ਆ। ਅਤੇ ਸੰਸਦੀ ਪ੍ਰਣਾਲੀ ਦੀ ਸਰਕਾਰ ਦੇ ਅੱਗੇ ਫਰਦਰ ਵਧਦੇ। ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ, ਸਾਡਾ ਸੰਸਦ ਹੈ, ਥੱਲੇ ਵਰਲਡ ਮੈਪ ਹੈ। ਇਸ ਦੇ ਵਿੱਚ ਕਿੱਥੇ ਕਿੱਥੇ ਸਰਕਾਰਾਂ ਕਿਸ ਤਰ੍ਹਾਂ ਦੀਆਂ ਤੁਸੀਂ ਦੇਖ ਸਕਦੇ ਹੋ। ਕਲਰ, ਡਿਫਰੈਂਟ ਕਲਰ ਰਾਹੀਂ ਇਹ 'ਚ ਸ਼ੋਅ ਕੀਤਾ ਗਿਆ ਹੈ, ਅਤੇ ਤੁਸੀਂ ਇਸ ਦੇ ਬਾਰੇ ਸਰਚ ਵੀ ਮਾਰ ਸਕਦੇ ਹੋ ਔਨਲਾਈਨ। ਅੱਗੇ ਵਧਦੇ ਹਾਂ। ਸੰਸਦੀ ਸਰਕਾਰ, ਅਰਥ ਅਤੇ ਪਰਿਭਾਸ਼ਾ। ਸੰਸਦੀ ਸਰਕਾਰ ਦਾ ਅਲੱਗ ਨਾਮ ਹੈ, ਇਸ ਨੂੰ ਜ਼ਿੰਮੇਵਾਰ ਸਰਕਾਰ ਕਿਹਾ ਜਾਂਦਾ, ਮੰਤਰੀ ਮੰਡਲ ਦਾ ਸਰਕਾਰ ਕਿਹਾ ਜਾਂਦਾ, ਪ੍ਰਧਾਨ ਮੰਤਰੀ ਪ੍ਰਣਾਲੀ ਦਾ ਸਰਕਾਰ ਵੀ ਕਿਹਾ ਜਾਂਦਾ ਹੈ, ਮੰਤਰੀ ਪਰਿਸ਼ਦ ਵੀ ਸਰਕਾਰ ਕਿਹਾ ਜਾਂਦਾ ਹੈ, ਅਤੇ ਔਰ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ। ਸੰਸਦੀ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ। ਸੰਸਦ ਸਰਕਾਰ ਵਿੱਚ ਰਾਜ ਦਾ ਮੁਖੀ ਨਾ ਮਾਤਰ ਦਾ ਕਾਰਜਸਾਧਕ ਮੁਖੀ ਹੁੰਦਾ ਹੈ, ਅਤੇ ਮੰਤਰੀ ਪਰਿਸ਼ਦ, ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ, ਅਸਲ ਕਾਰਜ ਸਾਧਕ ਮੁਖੀ ਹੁੰਦਾ ਹੈ। ਇਸ ਦੇ ਵਿੱਚ ਦੇਖੋ, ਨਾ ਮਾਤਰ ਦਾ ਕਾਰਜ ਸਾਧਕ ਮੁਖੀ ਸਾਡੇ ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਰਾਸ਼ਟਰਪਤੀ ਨਾ ਮਾਤਰ ਦੇ ਕਾਰਜ ਸਾਧਕ ਮੁਖੀ ਹੁੰਦੇ ਹਨ, ਅਤੇ ਪ੍ਰਧਾਨ ਮੰਤਰੀ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ ਹੈ। ਅਤੇ ਰਾਜਾਂ ਵਿੱਚ ਗਵਰਨਰਸ ਨੇ, ਜਿਹੜੇ ਕਿ ਨਾ ਮਾਤਰ ਦੇ ਕਾਰਜ ਸਾਧਕ ਮੁਖੀ ਹੁੰਦੇ ਹਨ, ਅਤੇ ਆਪਣੇ ਮੁੱਖ ਮੰਤਰੀ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦੇ ਹਨ। ਚਲੋ ਇਸ ਦੀਆਂ ਕੁਝ ਪਰਿਭਾਸ਼ਾਵਾਂ ਦੇਖਦੇ ਹਾਂ। ਡਾਕਟਰ ਗਾਰਨਰ ਅਨੁਸਾਰ ਸੰਸਦੀ ਸਰਕਾਰ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਅਸਲ ਕਾਰਜਪਾਲਿਕਾ ਮੰਤਰੀ ਮੰਡਲ ਜਾਂ ਮੰਤਰੀ ਪਰਿਸ਼ਦ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕਾਰਜਾਂ ਲਈ ਕਾਨੂੰਨੀ ਤੌਰ 'ਤੇ ਵਿਧਾਨ ਮੰਡਲ ਦੇ ਸਾਹਮਣੇ ਅਤੇ ਅੰਤਿਮ ਤੌਰ 'ਤੇ ਚੋਣਕਾਰ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਹੁਣ ਅਸੀਂ ਦੇਖ ਲੈਂਦੇ ਹਾਂ ਇਹ 'ਚ ਕਿ ਵੀ ਕੀ ਕਹਿੰਦੇ ਹੈ ਗਾਰਨਰ ਸਾਹਿਬ। ਸੰਸਦੀ ਸਰਕਾਰ ਅਜਿਹੀ ਪ੍ਰਣਾਲੀ ਹੈ, ਦੇਖੋ, ਜਿਸ ਵਿੱਚ ਕਾਰਜਪਾਲਿਕਾ ਮੰਤਰੀ ਮੰਡਲ ਮੰਤਰੀ ਪਰਿਸ਼ਦ ਆਪਣੀਆਂ ਰਾਜਨੀਤਿਕ ਨੀਤੀਆਂ ਲਈ ਜ਼ਿੰਮੇਵਾਰ ਹੁੰਦੀ ਹੈ, ਕਿਹਦੇ ਸਾਹਮਣੇ? ਵਿਧਾਨ ਮੰਡਲ ਦੇ ਸਾਹਮਣੇ, ਅਤੇ ਅੰਤਿਮ ਰੂਪ 'ਚ ਇਨਡਾਇਰੈਕਟਲੀ ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਨੇ। ਰਾਈਟ। ਆ ਜਾਂਦੇ ਗੈਟਲ ਅਨੁਸਾਰ। ਗੈਟਲ ਕੀ ਕਹਿੰਦੇ? ਮੰਤਰੀ ਮੰਡਲ ਸਰਕਾਰ ਉਹ ਸਰਕਾਰ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਆਪਣੇ ਕੰਮਾਂ ਲਈ ਕਾਨੂੰਨੀ ਤੌਰ 'ਤੇ ਵਿਧਾਨ ਮੰਡਲ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਅਤੇ ਹੋਰ ਵੱਲ ਆਪਾਂ ਕੀ ਦੇਖਦੇ ਹਾਂ ਕਿ ਵੀ ਇੱਕ ਗੂੜਾ ਸੰਬੰਧ ਇਹਨਾਂ ਪਰਿਭਾਸ਼ਾ 'ਚ ਸ਼ੋਅ ਕੀਤਾ ਗਿਆ ਹੈ ਕਿ ਕਾਰਜਪਾਲਿਕਾ ਕਿਹਦੇ ਸਾਹਮਣੇ ਜ਼ਿੰਮੇਵਾਰ ਹੈ? ਵਿਧਾਨ ਪਾਲਿਕਾ ਦੇ ਸਾਹਮਣੇ। ਐਵੇਂ ਪ੍ਰਧਾਨਗੀ ਮੰਡਲ ਦੀ ਜਿਹੜੀ ਸਰਕਾਰ ਹੁੰਦੀ ਹੈ, ਪ੍ਰਧਾਨਗੀ ਜਿੱਥੇ ਰਾਸ਼ਟਰਪਤੀ ਹੁੰਦੇ ਨੇ, ਰਾਸ਼ਟਰਪਤੀ ਦੀ ਸਰਕਾਰ ਜਿੱਥੇ ਹੁੰਦੀ ਹੈ, ਜਿੱਥੇ ਰਾਸ਼ਟਰਪਤੀ ਅਸਲੀ ਕਾਰਜ ਸਾਧਕ ਮੁਖੀ ਹੁੰਦਾ, ਜਿਵੇਂ ਕਿ ਅਮਰੀਕਾ ਹੈ, ਉੱਥੇ ਇਹ ਐਵੇਂ ਨਹੀਂ ਹੁੰਦਾ। ਅਗਰ ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀ ਗੱਲ ਕਰਦੇ ਹਾਂ ਕਿ ਕਿਉਂ ਅਪਣਾਇਆ ਗਿਆ, ਅਤੇ ਇਹਦੇ ਵੱਖ ਵੱਖ ਰੀਜ਼ਨ ਹੈ। ਇਤਿਹਾਸ ਨਾਲ ਵੀ ਇਹਦਾ ਕਾਫੀ ਸੰਬੰਧ ਹੈ। ਹੁਣ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਸਾਡੇ 'ਤੇ ਪਹਿਲਾਂ ਬ੍ਰਿਟੇਨ ਦਾ ਰੂਲ ਸੀਗਾ। ਬ੍ਰਿਟੇਨ ਨੂੰ ਹੀ ਸੰਸਦੀ ਪ੍ਰਣਾਲੀ ਦੀ ਜਨਨੀ ਕਿਹਾ ਜਾਂਦਾ ਹੈ, ਯਾਨੀ ਕਿ ਇਹ ਮਦਰ ਆਫ
पार्लीमेंट्री फॉर्म ऑफ गवर्नमेंट इज़ ब्रिटेन, उत्थे ही सब तो पहले पार्लीमेंट्री फॉर्म शुरू होया। अगर दूसरे प्रधानगी सरकार की गल कर दईए तो कोस्टारीका तो यूनाइटेड स्टेट्स ऑफ अमेरिका ये दो राज हैं जिस दे विच कि सब तो पुराना प्रधानगी प्रणाली की सरकार चलती आ रही है। तो हुण असीं गल करते कि भारत दे विच क्यों अपनाया गया इसनूं, तो जिवें तुहानूं मैं दस्सिया कि भारत दे विच ब्रिटेन दा रूल सी 1947 तो पहला तक, तो ब्रिटेन ने 1919 ਦੇ ਵਿੱਚ ਤੇ 1935 ਵਿੱਚ ਦੋ ਬਹੁਤ ਇੰਪੋਰਟੈਂਟ ਕਾਨੂੰਨ ਲੈ ਕੇ ਆਏ ਜਿਸ ਦੇ ਰਾਹੀਂ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਪਾਰਲੀਮੈਂਟਰੀ ਮਾਡਲ ਯਾਨੀ ਕਿ ਸੰਸਦੀ ਪ੍ਰਣਾਲੀ ਦੀ ਜਿਹੜੀ ਸਰਕਾਰ ਦਾ ਇੱਕ ਨੀਂਹ ਰੱਖਿਆ ਉਹਨਾਂ ਨੇ। ਉਸ ਤੋਂ ਪਹਿਲਾਂ ਵੀ ਬੜੇ ਸਾਰੇ ਕਾਨੂੰਨ ਆਏ ਔਰ ਗਵਰਨਰ ਜਨਰਲਸ ਵਾइस ਰਾਏ ਦੇ ਕੌਂਸਲਸ ਹੁੰਦੇ ਸੀਗੇ ਜਿਹੜੇ ਕਿ ਵਿਧਾਨ ਪਾਲਿਕਾ ਦੇ ਤੌਰ 'ਤੇ ਐਡਵਾਈਜ਼ਰੀ ਦੇ ਤੌਰ 'ਤੇ ਐਜ਼ ਏ ਵਿਧਾਨ ਪਾਲਿਕਾ ਕੰਮ ਕਰਦੇ ਸੀਗੇ ਜਾਂ ਫਿਰ ਐਜ਼ ਏ ਕਾਰਜਪਾਲਿਕਾ ਉਹਨਾਂ ਦੇ ਸਹਿਯੋਗ ਲਈ ਐਡਵਾਈਜ਼ਰੀ ਸੀਗੀ, ਅਤੇ ਉਸ ਨੂੰ ਮੰਨ ਸਕਦੇ ਹਾਂ ਜੇ ਹਿਸਟੋਰੀਕਲੀ ਅਸੀਂ ਦੇਖੀਏ ਤਾਂ। ਬਟ 1919 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈ ਜਾਂ ਫਿਰ ਗਵਰਨਮੈਂਟ ਇੰਡੀਆ ਐਕਟ ਜਿਹੜਾ ਹੈ 1935 ਦਾ, ਜਿਹੜਾ ਕਿ ਸਾਡੇ ਸੰਵਿਧਾਨ ਦਾ ਬੇਸ ਵੀ ਹੈ, ਮੈਜੋਰਟੀ ਜਿਹੜਾ ਆਰਟੀਕਲਸ ਸੰਵਿਧਾਨ ਦੇ ਉੱਥੋਂ ਲੈ ਗਏ ਹਨ, ਅਤੇ ਉਹ ਸੀ। ਅਤੇ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਵੀ ਅਸੀਂ ਜਿਹੜਾ ਆਜ਼ਾਦੀ ਤੋਂ ਬਾਅਦ ਇਸ ਨੂੰ ਅਪਣਾਇਆ, ਇਹਦਾ ਪਹਿਲਾ ਰੀਜ਼ਨ ਸੀਗਾ ਪੁਰਾਣਾ ਤਜਰਬਾ, ਠੀਕ ਹੈ। ਅਤੇ ਪੁਰਾਣੇ ਤਜਰਬਾ ਦਾ ਇੱਕ ਨੀਤੀ ਸੀ। ਦੂਸਰੀ ਹੈ ਕਿ ਜ਼ਿੰਮੇਵਾਰ ਸਰਕਾਰ, ਇਹ ਸਰਕਾਰ ਜ਼ਿੰਮੇਵਾਰ ਸਰਕਾਰ ਹੁੰਦੀ ਹੈ, ਕਾਰਜਪਾਲਿਕਾ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ ਔਰ ਇਸ ਤਰੀਕੇ ਨਾਲ ਉਹ ਇਨਡਾਇਰੈਕਟਲੀ ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਹੈ। ਉਸ ਤੋਂ ਬਾਅਦ ਹੈ ਸਮੇਂ ਸਮੇਂ 'ਤੇ ਸਰਕਾਰ ਦਾ ਮੁਲਾਂਕਣ ਹੁੰਦਾ ਰਹਿੰਦਾ ਹੈ ਕੁਐਸਚਨਸ ਰਾਹੀਂ, ਔਰ ਉਸ ਤੋਂ ਬਾਅਦ ਇਹ ਸਵਾਲ ਵਿਧਾਨ ਪਾਲਿਕਾ ਉਹਨਾਂ ਨੂੰ ਇੱਕ ਰਿਸਪੋਂਸੀਬਲ ਠਹਿਰਾਉਂਦੀ ਰਹਿੰਦੀ ਹੈ, ਉਹਨਾਂ ਦੇ ਕੰਮਾਂ ਨੂੰ ਚੈੱਕ ਕਰਦੀ ਰਹਿੰਦੀ ਹੈ, ਅਤੇ ਇਸ ਤਰੀਕੇ ਨਾਲ ਸਰਕਾਰ ਦਾ ਮੁਲਾਂਕਣ ਹੁੰਦਾ ਰਹਿੰਦਾ ਹੈ। ਉਸ ਤੋਂ ਬਾਅਦ ਹੈ ਮਜ਼ਬੂਤੀ ਅਤੇ ਲਚਕਸ਼ੀਲਤਾ। ਇਸ ਤਰ੍ਹਾਂ ਦੀ ਸਰਕਾਰ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਜਿਹੜੀ ਹੈ ਯੂਨਿਟਰੀ ਫਾਰਮ ਅਡਾਪਟ ਕਰਨ ਦੀ ਸਿਚੁਏਸ਼ਨ 'ਚ ਵੀ ਹੁੰਦੇ ਆ ਸਰਕਾਰ, ਅਤੇ ਉਸ ਤੋਂ ਬਾਅਦ ਜਦੋਂ ਨੋਰਮਲ ਸਿਚੁਏਸ਼ਨ ਹੁੰਦਾ ਅਤੇ ਉਹ ਨੋਰਮਲੀ ਬਿਹੇਵ ਕਰਦੀ ਹੈ। ਅਤੇ ਸੰਵਿਧਾਨ ਹੁੰਦਾ ਹੈ ਅਤੇ ਸੰਵਿਧਾਨ ਨੂੰ ਜਿਹੜਾ ਹੈ ਅਮੈਂਡ ਕਰਨ ਦਾ ਤਰੀਕਾ ਵੀ ਹੁੰਦਾ ਹੈ, ਜਿਹੜਾ ਕਿ 2/3 ਮੈਜੋਰਟੀ ਨਾਲ ਵੀ ਹੁੰਦਾ ਹੈ ਅਤੇ ਸਿੰਪਲ ਮੈਜੋਰਟੀ ਨਾਲ ਵੀ ਹੁੰਦਾ ਹੈ। ਅਤੇ ਇਹ ਸਰਕਾਰਾਂ ਆਪਣੀ ਜ਼ਿੰਮੇਵਾਰੀਆਂ ਮਜ਼ਬੂਤੀ ਨਾਲ ਨਿਭਾਉਂਦੀਆਂ ਹਨ, ਅਤੇ ਲੇਕਿਨ ਜੇ ਕੋਈ ਗਲਤ ਕਾਰਜ ਹੋ ਜਾਵੇ, ਗੈਰ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ, ਅਤੇ ਇਸ ਤਰੀਕੇ ਨਾਲ ਇੱਥੇ ਮਜ਼ਬੂਤੀ ਅਤੇ ਲਚਕਸ਼ੀਲਤਾ ਹੁੰਦੀ ਹੈ। ਉਸ ਤੋਂ ਬਾਅਦ ਅਗਰ ਗੱਲ ਕਰਦੇ ਹਾਂ ਕਿ ਵੀ ਇਸ ਨੂੰ ਅਪਣਾਉਣ ਦੇ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਸਮਰਥਨ ਰਿਹਾ ਹੈ। ਸੰਵਿਧਾਨ ਸਭਾ ਜਿਹੜਾ ਕਿ ਸਟੈਬਲਿਸ਼ ਹੋਇਆ ਸੀ 1946 'ਚ ਆਫਟਰ ਕੈਬਨਿਟ ਮਿਸ਼ਨ, ਜਿਹਦਾ ਮੇਨ ਮਕਸਦ ਸੀਗਾ ਕਿ ਵੀ ਭਾਰਤ ਨੂੰ ਇੱਕ ਵਧੀਆ ਸੰਵਿਧਾਨ ਦਿੱਤਾ ਜਾਏ, ਅਤੇ ਉਸ ਸਾਰੇ ਮੈਂਬਰਾਂ ਦਾ ਮੋਸਟ ਆਫ ਦ ਮੈਂਬਰਾਂ ਦਾ ਜਿਹੜਾ ਸਮਰਥਨ ਸੀਗਾ ਉਹ ਸੀਗਾ ਕਿ ਵੀ ਅਸੀਂ ਭਾਰਤ ਦੇ ਵਿੱਚ ਸੰਸਦੀ ਪ੍ਰਣਾਲੀ ਸਰਕਾਰ ਹੀ ਅਪਣਾਈਏ। ਉਸ ਤੋਂ ਬਾਅਦ ਆ ਜਾਂਦੇ ਵਿਧਾਨ ਪਾਲਿਕਾ ਦੀ ਸ਼੍ਰੇਸ਼ਠਤਾ ਹੈ। ਇੱਥੇ ਵਿਧਾਨ ਪਾਲਿਕਾ ਦੀ ਸ਼੍ਰੇਸ਼ਠਤਾ ਦਾ ਮਤਲਬ ਕੀ ਹੈ ਕਿ ਵੀ ਵਿਧਾਨ ਪਾਲਿਕਾ ਕਾਰਜਪਾਲਿਕਾ ਨੂੰ ਉਹਨਾਂ ਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ, ਕੁਐਸਚਨ ਪੁੱਛਦੀ ਹੈ, ਅਤੇ ਇਸ ਤਰੀਕੇ ਨਾਲ ਇਹ ਪ੍ਰਤੀਨਿਧਤਾ ਦਿੰਦੀ ਹੈ ਲੋਕਾਂ ਨੂੰ, ਆਮ ਲੋਕਾਂ ਨੂੰ, ਅਤੇ ਇਨਡਾਇਰੈਕਟਲੀ ਇਹ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਾਰਜਪਾਲਿਕਾ ਦੇ ਮੈਂਬਰ ਹੁੰਦੇ ਨੇ। ਇਸ ਤਰੀਕੇ ਨਾਲ ਇਹ ਸਾਰੇ ਰੀਜ਼ਨ ਸੀਗੇ। ਮੈਂ ਇੱਕ ਵਾਰੀ ਇਹਨੂੰ ਰਿਕੈਪ ਕਰ ਦਿੰਦਾ ਵਾਂ ਕਿ ਵੀ ਭਾਰਤ ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਅਪਣਾਉਣ ਦਾ ਮੇਨ ਮਕਸਦ ਸੀਗਾ ਕਿ ਵੀ ਇਹ ਪੁਰਾਣਾ ਤਜਰਬਾ ਸੀ ਭਾਰਤੀ ਲੋਕਾਂ ਕੋਲ। ਉਸ ਤੋਂ ਬਾਅਦ ਇਹ ਜ਼ਿੰਮੇਵਾਰ ਸਰਕਾਰ ਹੁੰਦੀ ਹੈ, ਮੁਲਾਂਕਣ ਹੁੰਦਾ ਰਹਿੰਦਾ ਸਰਕਾਰ ਦਾ, ਇਹ ਸਰਕਾਰ ਦੇ ਵਿੱਚ ਮਜ਼ਬੂਤੀ ਅਤੇ ਲਚਕਸ਼ੀਲਤਾ ਵੀ ਪਾਈ ਜਾਂਦੀ ਹੈ, ਅਤੇ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਵੀ ਸਮਰਥਨ ਸੀਗਾ ਇਸ ਨੂੰ। ਉਸ ਤੋਂ ਬਾਅਦ ਇੱਥੇ ਵਿਧਾਨ ਪਾਲਿਕਾ ਦੀ ਸ਼੍ਰੇਸ਼ਠਤਾ ਹੁੰਦੀ ਹੈ। ਵਿਧਾਨ ਪਾਲਿਕਾ ਆਪਣੀ ਮਰਜ਼ੀ ਨਾਲ ਜਦ ਚਾਹੇ ਕਾਰਜਪਾਲਿਕਾ ਨੂੰ ਬਦਲ ਸਕਦੀ ਹੈ, ਜੇ ਉਹਨਾਂ ਦੇ ਮਾੜੇ ਕੁਐਸਚਨਸ ਉਹਨਾਂ ਦੇ ਮਾੜੇ ਕੰਮਾਂ ਲਈ ਉਹਨਾਂ ਨੂੰ ਜ਼ਿੰਮੇਵਾਰ ਵੀ ਠਹਿਰਾ ਸਕਦੀ ਹੈ। ਅਤੇ ਹੁਣ ਚੱਲਦੇ ਆਪਾਂ ਨੈਕਸਟ ਪੁਆਇੰਟ 'ਤੇ। ਨੈਕਸਟ ਹੈ ਕਿ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ। ਸੰਸਦੀ ਸਰਕਾਰ ਦੀ ਵਿਸ਼ੇਸ਼ਤਾਵਾਂ ਆਪਾਂ ਨੂੰ ਪਤਾ ਇੱਥੇ ਕਿ ਵੀ ਅਸਲੀ ਅਤੇ ਨਾ ਮਾਤਰ ਦੇ ਕਾਰਜਪਾਲਿਕਾ ਵਿੱਚ ਅੰਤਰ ਹੈ। ਸਾਡੇ ਦੇਸ਼ ਦੇ ਵਿੱਚ ਸਾਨੂੰ ਪਤਾ ਹੈ ਕਿ ਵੀ ਰਾਸ਼ਟਰਪਤੀ ਜੀ ਅਤੇ ਪ੍ਰਧਾਨ ਮੰਤਰੀ ਜੀ ਇਹ ਦੋ ਮੁਖੀ ਨੇ। ਬੇਸਿਕਲੀ ਨਾ ਮਾਤਰ ਦੇ ਮੁਖੀ ਰਾਸ਼ਟਰਪਤੀ ਜੀ ਨੇ, ਅਤੇ ਵਾਸਤਵਿਕ ਮੁਖੀ ਜਿਹੜੇ ਹੈ
कार्यपालिका दे वो प्रधान मंत्री जी हैं। अपने संविधान धारा 'ਚ व्यवस्था भी की गई, 74ਵੀਂ धारा 'ਚ व्यवस्था की गई कि राष्ट्रपति ਨੂੰ सलाह देने लिए एक मंत्री परिषद होएगा जिसका मुख्य प्रधानमंत्री होएगा ਤੇ राष्ट्रपति अपने कार्य ਅਤੇ मंत्री परिषद ਦੀ सलाह अनुसार काम करेगा। असल ਦੇ ਵਿੱਚ ਇਹ ਜਿਹੜਾ पॉइंट है ये ਜਿਹੜਾ है कि भी उल्टा वर्क करता है। प्रधानमंत्री अपनी मर्जी नाल सब कुछ कर सकते हैं और जो प्रधानमंत्री सलाह देंगे राष्ट्रपति जी ਨੂੰ ਮੰਨਣੀ ਪਏਗੀ। ਉਸ ਤੋਂ ਬਾਅਦ प्रधानमंत्री जी की अगवाई है साडे देश 'ਚ लीडरशिप ऑफ प्राइम मिनिस्टर होंगी है तो प्रधानमंत्री लीड करते हैं उन्होंने अपने मंत्री मंडल नूं ते जिन्ने भी मंत्री है उन्होंने फॉलो करते हैं। इस करके कदे कदे इसनूं कहा जाता है कि ये प्रधानमंत्री मंडल की सरकार है। अगला पॉइंट है विधानपालिका ते कार्यपालिका विच गूढ़े संबंध होंदे ने। जिवें कि पहले भी दस्सिया कि कार्यपालिका के मैंबर विधानपालिका चुने जाते हैं तो कार्यपालिका अपने सारे कामों लई विधानपालिका के सामने जिम्मेवार होंदा है। तो मंत्री परिषद की सामूहिक जिम्मेवारी होंदी है। कोई भी अगर काम गलत हो जाता है तो मंत्री परिषद सामूहिक तौर पर जिम्मेवार होंदी है। भारत संविधान की धारा 75(3) अनुसार मंत्री परिषद सामूहिक रूप से लोक सभा के सामने जिम्मेवार होंदी है। इसका मतलब ये होया कि मंत्री कि विधानमंडल में किसी एक मंत्री के विरुद्ध अगर जे मत पास हो जाता, प्रस्ताव पास हो जाता है, निंदा प्रस्ताव पास हो जाता है तो सारी मंत्री परिषद को इस्तीफा देना पैंदा है। इस तरीके नाल व्यक्तिगत जिम्मेवारी भी होंदी है तो हर मंत्री व्यक्तिगत रूप से अपने महकमे लिए जिम्मेवारी होंदा। जे कोई काम इस तरह का होया कि भी उस मंत्री की गलती है तो उस मंत्री को अपना पद छड्डना पैंदा है। मंत्री परिषद ते विधानपालिका का कंट्रोल होंदा है। मंत्री परिषद विधानपालिका के हेठले सदन में बहुत सहमति विश्वास मत तक ही अपने अहुदे पर रह सकता है। जो विश्वास मत उन्होंने खिलाफ चले गया या खुस गया तो सारे इस्तीफा देना पैंदा है। ठीक है, व्यक्तिगत जिम्मेवारी मैं तुहानूं दस चुका, सामूहिक जिम्मेवारी नाल। उस तो बाद आ जाने आपां मंत्री परिषद की अनिश्चित म्याद। मंत्री परिषद की जिहड़ी म्याद होंदी है वो अनिश्चित होंदी है। तो मतलब ये है कि भी उदों तक्कर ही मंत्री परिषद रह सकती जो करके उन्होंने विधानपालिका का या विधान सभा का जिहड़ा है समर्थन प्राप्त है। उस तो बाद आ जाने हरमन प्यारे सदन नूं म्याद तो पहला भंग करने की व्यवस्था। हरमन प्यारा सदन की है साडे देश या पार्लीमेंट 'ਚ 2 सदन होंदे ने। एक हरमन प्यारा सदन जिसनूं असी साडे देश 'ਚ लोक सभा कहने और एक हुंदा है जिहड़ा है उपरला सदन। ये हेठला सदन हो गया, उपरला सदन जिहड़ा कि जिसनूं असी राज सभा कहते। राज सभा एक परमानेंट हाउस हुंदा है तो जिहड़ा लोक सभा है ये एक म्याद हुंदा है। पर म्याद तो पहला भी इसनूं भंग करने की व्यवस्था है। जो सरकार अपना विश्वास मत खुस जाता है सरकार का यानी कि गवा बैठती है तो फिर विधानपालिका जे प्रपोज करे इसनूं भंग करने दी उसनूं भंग करने की व्यवस्था है। इस सिफारिश के बेस पर प्रधानमंत्री की सिफारिश के बेस पर राष्ट्रपति इसनूं भंग कर देंगे ने। तो इस तरह का सिचुएशन साडे देश 1970 1977 तो 1979 1984 1991 1997 2004 च भी होया। म्याद पूरी होने तो पहला ही इसनूं भंग कर दिता गया सीगा। उस तो बाद गल करते हैं राजनीतिक एकरूपता की। आम तौर पर एकरूपता का मतलब होंदा एक जिहे विचारधारा वाले एक पार्टी तो चुन के बनाए चुन के सारे मैंबर आते जिहड़े विधान अपने कार्यपालिका के मैंबर। तो पर अजकल तो गठबंधन की सरकारां चलदियां तो अलग अलग पार्टियों तो मैंबर ले जाते हैं। तो ये नवी डिवेलपमेंट है साडी खास करके भारतीय राजनीतिक प्रणाली दे विच। उस तो बाद हरमन प्यारे सदन नूं म्याद तो पहला भंग करने की व्यवस्था की गई। ये हो गया अपना पॉइंट। उस तो बाद है गुप्ता। जिहड़े मंत्री है ये उहदे दी गुप्ता की सौं खांदे है। सारे नूं सीक्रेट रखना पैंदा जिहड़ा भी काम वो करते हैं उस चीज़ नूं। ते अपने जिहड़े अपने डिपार्टमेंट नाल रिलेटेड गल्लां नूं ये बाहर नहीं कर सकते। तो इस तरीके नाल वो राष्ट्रपति सामने या फिर राज्यां 'च राजपाल के सामने गुप्ता की सौं चुकते हैं। उस तो विरोधी धਿਰ ਦੇ नेता को कानूनी मान्यता मिलती है। विरोधी धਿਰ ਦਾ नेता वो होंदा है या उस पार्टी दे जिहड़ा मुखी है या फिर उस पार्टी द्वारा अपॉइंटेड बंदे नूं विरोधी धਿਰ ਦਾ नेता मन्निया जाता है जिहड़ा कि जिसने कि
ਹਾਊਸ ਦਾ 1/10 ਸਮੁੱਚੇ ਮੈਂਬਰਾਂ ਦਾ 1/10 ਹਿੱਸਾ ਉਸ ਪਾਰਟੀ ਕੋਲ ਹੋਣਾ ਚਾਹੀਦਾ ਮੈਂਬਰਾਂ ਦਾ, ਤਾਂ ਹੀ ਉਸਨੂੰ ਵਿਰੋਧੀ ਧਿਰ ਦੇ ਨੇਤਾ ਦਾ ਮਾਨਤਾ ਮਿਲਿਆ ਜਾਂਦਾ। ਜੇ ਗੱਲ ਕਰਦੇ ਹਾਂ ਤਾਂ 15ਵੀਂ ਲੋਕ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼੍ਰੀਮਤੀ ਸੁਸ਼ਮਾ ਸਵਰਾਜ ਜਿਹੜੇ ਸੀਗੇ ਉਹ ਵਿਰੋਧੀ ਧਿਰ ਦੇ ਨੇਤਾ ਸੀਗੇ। 16ਵੀਂ 17ਵੀਂ ਦੇ ਵਿੱਚ ਸਪਸ਼ਟ ਰੂਪ 'ਚ ਕੋਈ ਵਿਰੋਧੀ ਧਿਰ ਦਾ ਨੇਤਾ ਉੱਭਰ ਕੇ ਨਹੀਂ ਆਇਆ। ਮੰਤਰੀ ਪਰਿਸ਼ਦ ਦਾ ਨਿਸ਼ਚਿਤ ਆਕਾਰ, ਪਹਿਲਾਂ ਗੱਲ ਕਰਦੇ ਪਹਿਲਾਂ ਮੰਤਰੀ ਪਰਿਸ਼ਦ ਦਾ ਆਕਾਰ ਜਿਹੜਾ ਹੈ ਨਿਸ਼ਚਿਤ ਹੁੰਦਾ ਸੀਗਾ, ਨਿਸ਼ਚਿਤ ਨਹੀਂ ਸੀ ਹੁੰਦਾ। ਪ੍ਰਧਾਨ ਮੰਤਰੀ ਆਪਣੀ ਮਰਜ਼ੀ ਨਾਲ ਕਰ ਲੈਂਦੇ ਸੀਗੇ, ਪਰ ਇਸ ਸੰਸ਼ੋਧਨ ਰਾਹੀਂ ਇਸ ਦਾ ਹੁਣ ਨਿਸ਼ਚਿਤ ਕੀਤਾ ਗਿਆ 15% ਤੋਂ ਵੱਧ ਨਹੀਂ ਹੋਵੇਗਾ, ਇਸ ਦੀ ਆਕਾਰ ਨੂੰ ਨਿਸ਼ਚਿਤ ਕਰ ਦਿੱਤਾ ਗਿਆ ਹੈ। ਹੁਣ ਆ ਜਾਂਦੇ ਭਾਰਤੀ ਸੰਸਦੀ ਪ੍ਰਣਾਲੀ ਦੇ ਦੋਸ਼ 'ਤੇ। ਅਗਰ ਦੋਸ਼ ਦੀ ਗੱਲ ਕਰੀਏ ਤਾਂ ਦੇਖੋ, ਭਾਰਤੀ ਸੰਸਦੀ ਪ੍ਰਣਾਲੀ ਦੇ ਵਿੱਚ ਖਾਸ ਕਰਕੇ ਬਹੁਦਲ ਪ੍ਰਣਾਲੀ ਹੈ, ਜਿੱਥੇ ਸਿਚੁਏਸ਼ਨ ਬਹੁਦਲ 'ਚ ਹੁੰਦਾ ਕਿ ਵੀ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੀ ਪਾਰਟੀਆਂ ਨੂੰ ਲੋਕ ਵੋਟ ਪਾਉਂਦੇ, ਅਤੇ ਇੱਕ ਜਦੋਂ ਨਤੀਜੇ ਆਉਂਦੇ ਅਤੇ ਕਈ ਵਾਰੀ ਇਹ ਹੁੰਦਾ ਕਿ ਵੀ ਕਿਸੇ ਇੱਕ ਨੂੰ ਵੀ ਬਹੁਮਤ ਨਹੀਂ ਮਿਲੀ ਹੁੰਦੀ ਹੈ, ਅਤੇ ਜਿਸ ਕਰਕੇ ਸਰਕਾਰ ਬਣਾਉਣ ਦੇ ਵੇਲੇ ਪ੍ਰੋਬਲਮ ਆਉਂਦੀ ਹੈ। ਔਰ ਨਾਲ ਸਰਕਾਰ ਬਣਾਉਣ ਵੇਲੇ ਤਾਂ ਪ੍ਰੋਬਲਮ ਆਉਂਦੀ ਹੈ, ਨਾਲ ਮਜ਼ਬੂਤ ਵਿਰੋਧੀ ਦਲ ਦੀ ਸਮੱਸਿਆ ਵੀ ਉਤਪੰਨ ਹੋ ਜਾਂਦੀ ਹੈ, ਔਰ ਸਥਿਰਤਾ ਦੀ ਵੀ ਘਾਟ ਰਹਿੰਦੀ ਹੈ। ਲੋਕ ਇੱਕ ਪਾਰਟੀ ਤੋਂ ਬਦਲ ਕੇ ਦੂਸਰੀ ਪਾਰਟੀ ਵੱਲ ਚੱਲ ਜਾਂਦੇ, ਜਿਸ ਕਰਕੇ ਸਥਿਰਤਾ ਦੀ ਵੀ ਘਾਟ ਹੁੰਦੀ ਹੈ ਅਤੇ ਮਜ਼ਬੂਤੀ ਦੀ ਵੀ ਘਾਟ ਹੁੰਦੀ ਹੈ ਇਸ ਸਿਚੁਏਸ਼ਨ 'ਚ। ਉਸ ਤੋਂ ਬਾਅਦ ਗੱਲ ਕਰਦੇ ਹਾਂ, ਨੈਕਸਟ ਪੁਆਇੰਟ ਹੈ ਸਵਸਥ ਪ੍ਰਥਾਵਾਂ ਦੀ ਅਣਹੋਂਦ। ਸਵਸਥ ਪ੍ਰਥਾਵਾਂ ਦੀ ਅਣਹੋਂਦ ਤੋਂ ਮਤਲਬ ਹੈ ਕਿ ਵੀ ਲੋਕ ਜਿਹੜੇ ਹੈ ਟਰੁਥਫੁਲਨੈਸ ਨਾਲ ਜਾਂ ਫਿਰ ਸਹੀ ਤਰੀਕੇ ਨਾਲ ਜਿਹੜੇ ਲੀਡਰ ਹੈ ਸਾਡੇ ਕੰਮ ਨਹੀਂ ਕਰਦੇ, ਭ੍ਰਿਸ਼ਟਾਚਾਰ 'ਚ ਲਿਪਤ ਹੋ ਜਾਂਦੇ ਹੈ, ਅਤੇ ਜਿਸ ਕਰਕੇ ਜੇ ਉਹਨਾਂ 'ਤੇ ਦੋਸ਼ ਵੀ ਲੱਗਦਾ ਹੈ ਭ੍ਰਿਸ਼ਟਾਚਾਰ ਦਾ ਜਾਂ ਸਹੀ ਤਰੀਕੇ ਨਾਲ ਕੰਮ ਨਾ ਕਰਨ ਦਾ, ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ। ਦੇਖਣ ਨੂੰ ਬੜਾ ਆਇਆ ਹੈ ਕਿ ਵੀ ਮੰਤਰੀ ਕੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਵੀ ਈਵਨ ਵਿਸ਼ਵਾਸ ਮਤ ਖੁੱਸਣ ਤੋਂ ਬਾਅਦ ਵੀ ਜਲਦੀ ਕਿਤੇ ਕੁਰਸੀ ਛੱਡਣਾ ਨਹੀਂ ਚਾਹੁੰਦੇ ਨੇ। ਉਸ ਤੋਂ ਬਾਅਦ ਸਭ ਤੋਂ ਵੱਡਾ ਅਗਲਾ ਦੋਸ਼ ਹੈ ਕਿ ਵੀ ਦਲ ਬਦਲੀ, ਰਾਜਨੀਤਿਕ ਦਲ ਬਦਲੀ ਦੀ ਪ੍ਰੋਬਲਮ ਬੜੀ ਸਮੱਸਿਆ ਰਹੀ ਹੈ। ਇਹ ਹੁਣ ਤੋਂ ਨਹੀਂ ਹੈ, ਸ਼ੁਰੂ ਤੋਂ ਹੀ ਹੈ। 1967 'ਚ ਇਹ ਸਮੱਸਿਆਵਾਂ ਸ਼ੁਰੂ ਹੋ ਗਈਆਂ ਸੀਗੀਆਂ, ਅਤੇ ਹੁਣ ਤੱਕ ਸਰਕਾਰਾਂ ਗਿਰਾਉਣ ਲਈ ਇਸ ਚੀਜ਼ ਨੂੰ ਵਰਤਿਆ ਜਾਂਦਾ। ਭਾਵੇਂ ਕਾਨੂੰਨ ਪਾਸ ਹੋ ਚੁੱਕਾ ਦਲ ਬਦਲੀ 'ਤੇ, ਪਰ ਫਿਰ ਵੀ ਜੇ ਇੱਕ ਖਾਸ ਪਰਸੈਂਟੇਜ ਇੱਕ ਪਾਰਟੀ ਤੋਂ ਨਿਕਲ ਕੇ ਕਿਤੇ ਹੋਰ ਪਾਰਟੀ ਵਿੱਚ ਜਾਂਦਾ ਜਾਂ ਆਪਣੀ ਨਵੀਂ ਪਾਰਟੀ ਬਣਾਉਂਦਾ ਹੈ, ਤਾਂ ਉਸਨੂੰ ਕਾਨੂੰਨੀ ਤੌਰ 'ਤੇ ਮਾਨਤਾ ਮਿਲਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਧਾਰਾ 356 ਦੀ ਦੁਰਵਰਤੋਂ ਦੀ। 356 ਦੀ ਧਾਰਾ ਬੇਸਿਕਲੀ ਜਿਹੜੀ ਹੈ ਸੰਵਿਧਾਨਿਕ ਮਸ਼ੀਨਰੀ ਦੀ ਫੇਲੀਅਰ ਦੇ ਲਈ ਵਰਤੀ ਜਾਂਦੀ ਹੈ, ਔਰ ਕੇਂਦਰ ਸਰਕਾਰ ਰਾਜਾਂ ਵਿੱਚ ਜਿੱਥੇ ਉਹਨਾਂ ਦੀ ਆਪ ਦੀ ਪਾਰਟੀ ਦੀ ਸਰਕਾਰ ਨਹੀਂ ਹੁੰਦੀ, ਉੱਥੇ ਦੀ ਸਰਕਾਰ ਨੂੰ ਗਿਰਾਉਣ ਲਈ, ਡਿਗਾਉਣ ਲਈ ਇਸ ਚੀਜ਼ ਦੀ ਵਰਤੋਂ ਕਰਦੇ ਆ। ਉਸ ਤੋਂ ਬਾਅਦ ਗੱਲ ਕਰਦੇ ਨੈਕਸਟ ਪੁਆਇੰਟ, ਵਿਧਾਨਕਾਰਾਂ ਦਾ ਘਟੀਆ ਪੱਧਰ। ਵਿਧਾਨਕਾਰ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਵੀ ਅਸੀਂ ਵਧੀਆ ਵਿਧਾਨਕਾਰ ਪ੍ਰੋਡਿਊਸ ਨਹੀਂ ਕਰ ਪਾਉਂਦੇ। ਉਹ ਬੰਦੇ ਜਿਨ੍ਹਾਂ ਦਾ ਪਾਰ ਅਤੇ ਪੈਸਾ ਅਤੇ ਜਿਨ੍ਹਾਂ ਦਾ ਗੁੰਡਾ ਸ਼ਕਤੀ 'ਤੇ ਕੰਟਰੋਲ ਹੁੰਦਾ, ਇੱਦਾਂ ਦੇ ਲੋਕ ਅਲੱਗ ਤਰੀਕੇ ਨਾਲ ਇਲੈਕਸ਼ਨ ਜਿੱਤ ਕੇ ਆ ਜਾਂਦੇ ਹੈ, ਅਤੇ ਸਿਰਫ ਆਪਣੇ ਮਤਲਬ ਲਈ ਇਹ ਇਲੈਕਸ਼ਨ ਲੜਦੇ ਹੈ। ਇੱਦਾਂ ਦੇ ਬੰਦਿਆਂ 'ਚ ਅਨੁਸ਼ਾਸਨਹੀਨਤਾ ਦੀ ਹੁੰਦੀ ਹੈ। ਇਹ ਲੋਕ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੁੰਦੇ, ਇਹ ਆਪਣੇ ਬਾਰੇ ਸੋਚਦੇ ਹੈ, ਦੇਸ਼ ਬਾਰੇ ਘੱਟ ਸੋਚਦੇ, ਅਤੇ ਇੱਦਾਂ ਦੇ ਵਿਧਾਨਕਾਰ। ਔਰ ਇਹਦਾ ਇਤਿਹਾਸ ਵੀ ਹੈ ਕਿ ਵੀ ਕਿਸ ਤਰ੍ਹਾਂ ਅਸੀਂ ਅੱਛੇ ਕਾਨੂੰਨ ਬਣਾਉਣ ਦੇ ਵੇਲੇ ਵੀ ਵਿਧਾਨਕਾਰਾਂ ਨੇ, ਆਪੋਜੀਸ਼ਨ ਪਾਰਟੀਆਂ ਨੇ ਟੰਗਾਂ ਅੜਾਈਆਂ ਅਤੇ ਫਿਰ ਦੇਸ਼ ਦੀ ਤਰੱਕੀ ਨੂੰ ਰੋਕਿਆ। ਉਸ ਤੋਂ ਬਾਅਦ ਵੋਟਰਾਂ ਵਿੱਚ ਦਿਲਚਸਪੀ ਦੀ ਘਾਟ। ਅਗਲਾ ਪੁਆਇੰਟ ਹੈ ਕਿ ਸਾਡੇ ਦੇਸ਼ 'ਚ ਦੀ ਕਾਫੀ ਸਾਰੀ ਜਨਤਾ ਹਜੇ ਵੀ ਤਕਰੀਬਨ 30-35% ਜਨਤਾ ਹਜੇ ਵੀ ਪੜ੍ਹੀ ਲਿਖੀ ਨਹੀਂ ਹੈ, ਅਤੇ ਅਸੀਂ ਦੇਖਣ 'ਚ ਆਇਆ ਕਿ ਵੀ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਘੱਟ ਲੋਕ ਪਾਰਟੀਸਪੇਟ ਕਰਦੇ ਸੀ ਇਲੈਕਸ਼ਨ 'ਚ, ਪਰ ਹੁਣ ਫਿਰ ਵੀ ਪਹਿਲੇ ਨਾਲੋਂ ਪਰਸੈਂਟੇਜ ਵਧੀ ਹੈ। ਅਗਰ ਗੱਲ ਕਰਦੇ ਹਾਂ ਆਪਣੇ 1991 ਦੇ ਵਿੱਚ 10ਵੀਂ ਲੋਕ ਸਭਾ ਦੇ ਵਿੱਚ 53% ਵੋਟਰ ਨੇ ਪਾਰਟੀਸਪੇਟ ਕੀਤਾ ਸੀ, 11ਵੀਂ ਲੋਕ ਸਭਾ 'ਚ 56%, 12ਵੀਂ 'ਚ 62% ਅਤੇ 13ਵੀਂ ਲੋਕ ਸਭਾ ਦੇ ਵਿੱਚ 58%, 14ਵੀਂ 'ਚ 57%। ਇਸ ਤਰੀਕੇ ਨਾਲ ਪਰਸੈਂਟੇਜ ਵਧਿਆ ਤਾਂ ਹੈ, 16ਵੀਂ 17ਵੀਂ 'ਚ ਵੀ ਵਧਿਆ ਹੈ, ਬਟ ਹਜੇ ਵੀ ਸਾਡੇ ਦੇਸ਼ ਦੇ ਤਕਰੀਬਨ 30 ਤੋਂ 40% ਲੋਕ ਜਿਹੜਾ ਵੋਟ ਨਹੀਂ ਪਾਉਂਦੇ, ਅਤੇ ਇਹ ਸ਼ੋਅ ਕਰਦਾ ਹੈ ਕਿ ਵੀ ਅਸੀਂ ਰਾਜਨੀਤਿਕ
ਰੂਪ ਦੇ ਵਿੱਚ ਕਿੰਨੇ ਜਾਗਰੂਕ ਹੈਗੇ। ਸਪੀਕਰ ਦੀ ਸ਼ਕਤੀ ਨਿਰਪੱਖਤਾ, ਅਗਰ ਸਪੀਕਰ ਦੇ ਬਾਰੇ ਗੱਲ ਕਰਦੇ ਹਾਂ ਤਾਂ ਪਹਿਲਾਂ ਜੋ ਟਰਡੀਸ਼ਨ ਹੈ ਕਿ ਵੀ ਸਪੀਕਰ ਨਿਊਟਰਲ ਹੋ ਕੇ ਕੰਮ ਕਰਦਾ ਸੀਗਾ, ਪਰ ਅੱਜ ਦੇ ਜ਼ਮਾਨੇ 'ਚ ਇਸ ਨੂੰ ਸ਼ੱਕ ਨਾਲ ਦੇਖਿਆ ਜਾਂਦਾ ਹੈ ਕਿ ਸਪੀਕਰ ਬਣਨ ਤੋਂ ਬਾਅਦ ਵੀ ਆਪਣੀ ਪਾਰਟੀ ਦੇ ਨਾਲ ਵਫਾਦਾਰੀ ਬਣਾ ਕੇ ਰੱਖਦਾ ਹੈ ਅਤੇ ਆਮ ਹਿੱਤ ਲਈ ਕੰਮ ਨਹੀਂ ਕਰਦਾ। ਅੱਗੇ ਚੱਲਦੇ ਹਾਂ। ਅਧਿਆਦੇਸ਼ ਦੁਆਰਾ ਸ਼ਾਸਨ। ਅਧਿਆਦੇਸ਼ ਜਿਸ ਨੂੰ ਕਿ ਇੰਗਲਿਸ਼ 'ਚ ਆਰਡੀਨੈਂਸ ਕਹਿੰਦੇ ਆ, ਆਰਡੀਨੈਂਸ ਦੁਆਰਾ ਆਪਣਾ ਵਿਧਾਨ ਮੰਡਲ ਦੇ ਇਜਲਾਸ ਤੋਂ ਬਗੈਰ ਹੀ, ਜਦੋਂ ਇਜਲਾਸ ਨਾ ਹੋਵੇ ਉਦੋਂ ਇੱਦਾਂ ਦੇ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰ, ਜਿਸ ਰਾਹੀਂ ਕਿ ਵੀ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਈ ਬਿਨਾਂ ਚਰਚਾ ਤੋਂ ਕਾਨੂੰਨ ਲੈ ਕੇ ਆ ਸਕਣ। ਇਸ ਤਰ੍ਹਾਂ ਜਦੋਂ ਕਾਨੂੰਨ ਪਾਸ ਹੁੰਦੇ ਤਾਂ ਉਸ ਨੂੰ ਅਧਿਆਦੇਸ਼ ਦੁਆਰਾ ਸ਼ਾਸਨ ਦੀ ਕੈਟਾਗਰੀ 'ਚ ਆਪਾਂ ਰੱਖਦੇ ਹਾਂ। ਅਗਲਾ ਪੁਆਇੰਟ ਆਇਆ ਹੈ ਰਾਜਾਂ ਵਿੱਚ ਸੰਸਦੀ ਪ੍ਰਣਾਲੀ ਦੀ ਘਟੀਆ ਕਾਰਗੁਜ਼ਾਰੀ। ਰਾਜਾਂ ਵਿੱਚ ਵੀ ਹੀ ਕਾਰਗੁਜ਼ਾਰੀ ਕੋਈ ਖਾਸ ਵਧੀਆ ਨਹੀਂ ਹੈ। ਅੱਜ ਕੱਲ੍ਹ ਦੇ ਆਪਾਂ ਉਹ ਵੀ ਦੇਖਦੇ ਹਾਂ ਕਿ ਰੀਜਨਲ ਪਾਰਟੀਆਂ, ਮਿਲੀਆਂ ਸਰਕਾਰਾਂ ਹੁੰਦੀਆਂ ਨੇ ਅਤੇ ਰਾਜਪਾਲ ਦਾ ਕੇਂਦਰ ਦੁਆਰਾ ਰਾਜਾਂ ਦੀ ਸਰਕਾਰਾਂ ਨੂੰ ਡੇਗਣ ਦੀ ਜਿਹੜੀ ਪ੍ਰਯੋਗ ਵੀ ਕੀਤੀ ਜਾਂਦੀ ਹੈ ਅਤੇ ਇਸ ਤਰੀਕੇ ਨਾਲ ਰਾਜਾਂ 'ਚ ਇਹਦਾ ਘਟੀਆ ਪੱਧਰ ਬਣਿਆ ਹੈ। ਅਗਲਾ ਪੁਆਇੰਟ ਆਉਂਦੇ ਕਿ ਸੰਸਦ ਦੀ ਸਥਿਤੀ ਵਿੱਚ ਗਿਰਾਵਟ ਆਈ ਹੈ ਪਹਿਲੇ ਨਾਲੋਂ। ਇਸ ਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈ ਕਿ ਸੰਸਦ ਦੀ ਸਥਿਤੀ ਵਿੱਚ ਗਿਰਾਵਟ ਆਈ ਹੈ। ਜ਼ਿਆਦਾਤਰ ਜਿਹੜੇ ਮੈਂਬਰ ਹੈਗੇ ਸੰਸਦ ਦੇ ਉਹ ਹਾਜ਼ਰ ਨਹੀਂ ਹੁੰਦੇ ਹੈ। ਕਾਨੂੰਨ ਬਣਾਉਣ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਦਿਲਚਸਪੀ ਨਹੀਂ ਹੁੰਦੀ। ਕਾਨੂੰਨ ਵੀ ਇਸ ਤਰ੍ਹਾਂ ਦਾ ਉਹ ਬਣਾਉਂਦੇ ਕਿ ਵੀ ਜਿਹੜਾ ਉਸ ਤੋਂ ਬਾਅਦ ਮਤਲਬ ਮੇਨ ਪੁਆਇੰਟਾਂ ਪਾਸ ਕਰਨ ਤੋਂ ਬਾਅਦ ਸਾਰਾ ਕੁਛ ਨੌਕਰਸ਼ਾਹੀ 'ਤੇ ਛੱਡ ਦਿੱਤਾ ਜਾਂਦਾ ਹੈ। ਇਹ ਸਾਰੀ ਪ੍ਰੋਬਲਮ ਆ ਰਹੀ ਹੈ। ਪ੍ਰਧਾਨ ਮੰਤਰੀ ਸ਼ਾਸਨ ਪ੍ਰਣਾਲੀ ਬਣ ਕੇ ਰਹਿ ਗਿਆ ਸੰਸਦ ਪ੍ਰਣਾਲੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜੋ ਕਵੇ ਉਸ ਹਿਸਾਬ ਨਾਲ ਹੀ ਕੰਮ ਚੱਲਦਾ ਰਹਿੰਦਾ ਹੈ ਅਤੇ ਆਪਾਂ ਇਸ ਦਾ ਐਗਜ਼ਾਮਪਲ ਆਪਣੇ ਇਸ ਸਰਕਾਰ ਤੋਂ ਵੀ ਲੈ ਸਕਦੇ ਹਾਂ। ਉਸ ਤੋਂ ਬਾਅਦ ਰਾਜਨੀਤੀ ਦਾ ਵੱਧਦਾ ਅਪਰਾਧੀਕਰਨ। ਬਹੁਤ ਸਾਰੇ ਅਪਰਾਧੀ ਲੋਕ ਜਿਨ੍ਹਾਂ 'ਤੇ ਬਹੁਤ ਸਾਰੇ ਕੇਸਿਸ ਹੈਗੇ ਉਹ ਆਏ ਔਰ ਰਾਜਨੀਤੀ ਨੂੰ ਜਿੱਤਣ ਲਈ, ਖਾਸ ਕਰਕੇ ਇਲੈਕਸ਼ਨ ਨੂੰ ਜਿੱਤਣ ਲਈ ਪੈਸਾ, ਧਨ, ਬਲ ਸਭ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸਾਮੂਹਿਕ ਜ਼ਿੰਮੇਵਾਰੀ ਦੀ ਕਮੀ ਦੀ ਗੱਲ ਕਰਦੇ ਹਾਂ। ਨੈਕਸਟ ਪੁਆਇੰਟ ਹੈ ਸਾਮੂਹਿਕ ਜ਼ਿੰਮੇਵਾਰੀ ਦੀ ਕਮੀ ਦਾ ਮਤਲਬ ਹੈ ਕਿ ਵੀ ਅਗਰ ਕਿ ਕੋਈ ਇਲਜ਼ਾਮ ਲੱਗਦਾ ਹੈ, ਕੋਈ ਅਵਿਸ਼ਵਾਸ ਮਤ ਪਾਸ ਹੁੰਦਾ ਹੈ ਅਤੇ ਅੱਜ ਕੱਲ੍ਹ ਸਰਕਾਰਾਂ ਜਿਹੜੀਆਂ ਉਹ ਸਾਮੂਹਿਕ ਜ਼ਿੰਮੇਵਾਰੀ ਲੈਣ ਤੋਂ ਕਤਰਾਉਂਦੀਆਂ ਅਤੇ ਉਸ ਇੱਕ ਅੱਧੇ ਮੰਤਰੀ ਦੀ ਬੜੀ ਦੇਰ ਨਾਲ ਆਪਣੀ ਸਰਕਾਰ ਦੇ ਕੇ ਆਪਣੀ ਸਰਕਾਰ ਨੂੰ ਬਚਾ ਲੈਂਦੇ। ਹੁਣ ਹੈ ਕਿ ਵੀ ਆਪਾਂ ਭਾਰਤ ਵਿੱਚ ਸੰਸਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਏ ਜਾਣ ਲਈ ਕੀ ਕੁਛ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਹੈ, ਐਜੂਕੇਸ਼ਨ ਹੋਣੀ ਚਾਹੀਦੀ ਹੈ, ਰਾਜਨੀਤਿਕ ਸੂਝ ਸਮਝ ਹੋਣੀ ਚਾਹੀਦੀ ਹੈ ਅਤੇ ਔਰ ਇਸ ਦੇ ਨਾਲ ਕਾਰਜਪਾਲਿਕਾ ਦੀ ਅਸੀਂ ਸਥਿਰਤਾ ਨੂੰ ਯਕੀਨੀ ਰੱਖ ਸਕਦੇ ਹਾਂ। ਕਾਰਜਪਾਲਿਕਾ ਦੀ ਸਥਿਰਤਾ ਜੇ ਹੋਏਗੀ ਅਤੇ ਕਾਰਜਪਾਲਿਕਾ ਸਹੀ ਰੂਪ 'ਚ ਕੰਮ ਕਰੇਗੀ ਜ਼ਿਆਦਾ ਅਤੇ ਔਰ ਜੋ ਵੀ ਡਿਸੀਜ਼ਨ ਲਏਗੀ, ਪਲੈਨਿੰਗ ਕਰੇਗੀ, ਉਸ ਨੂੰ ਕੰਮ ਕਰ ਸਕੇਗੀ ਅਤੇ ਇਸ ਦੇ ਨਾਲ ਇਹ ਹੋਏਗਾ ਕਿ ਵੀ ਪ੍ਰਣਾਲੀ ਮਜ਼ਬੂਤ ਹੋਏਗੀ। ਅਗਲਾ ਹੈ ਉਚਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਕ੍ਰਿਮੀਨਲ ਛਵੀ ਵਾਲੇ ਲੋਕ ਹੈਗੇ, ਜਿਹੜੇ ਜ਼ਿਆਦਾ ਜਿਨ੍ਹਾਂ ਦੇ ਬੈਕਗਰਾਊਂਡ ਸਹੀ ਨਹੀਂ ਲੱਗਦਾ, ਲੋਕਾਂ ਨੂੰ ਪਤਾ ਹੁੰਦਾ ਇਸ ਚੀਜ਼ ਬਾਰੇ, ਅਤੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਹੈਗੇ, ਸਿਰਫ ਪੈਸੇ ਵਾਲੇ ਹੈਗੇ, ਇਸ ਤਰ੍ਹਾਂ ਦੇ ਬੰਦੇ ਨੂੰ ਚੁਣ ਕੇ ਨਹੀਂ ਭੇਜਣਾ ਚਾਹੀਦਾ। ਅੱਗੇ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ। ਚੋਣ ਆਯੋਗ ਹੈ ਇਸ ਦੇ ਲਈ ਅਤੇ ਚੋਣ ਆਯੋਗ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਕਿ ਸੁਤੰਤਰ ਨਿਰਪੱਖ ਰੂਪ ਦੇ ਵਿੱਚ ਚੋਣਾਂ ਕਰਵਾਏ ਜਾਣ। ਉਸ ਤੋਂ ਬਾਅਦ ਵਿੱਦਿਆ ਦਾ ਪ੍ਰਸਾਰ, ਜਿਵੇਂ ਕਹਿ ਦਿੱਤਾ, ਸਾਰੇ ਲੋਕ ਜੇ ਪੜ੍ਹੇ ਲਿਖੇ ਹੋਣਗੇ, ਜਾਗਰੂਕ ਹੋਣਗੇ ਅਤੇ ਉਹਨਾਂ ਦੇ ਵਿੱਚ ਸੂਝ ਬੂਝ ਹੋਏਗੀ, ਉਹਨਾਂ ਨੂੰ ਪਤਾ ਰਹੇਗਾ ਕਿ ਕਿਹੜੇ ਨੇਤਾਵਾਂ ਨੂੰ ਆਪਾਂ ਚੁਣਨਾ ਹੈ ਔਰ ਕਿਸ ਨੂੰ ਨਹੀਂ ਚੁਣਨਾ। ਉਸ ਤੋਂ ਬਾਅਦ ਸੰਸਦ ਦੀ ਸਰਵਉੱਚਤਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਵੀ ਜੋ ਪ੍ਰਧਾਨ ਮੰਤਰੀ ਕਹੇ, ਮੰਤਰੀ ਮੰਡਲ ਕਹੇ, ਉਹੀ ਗੱਲਾਂ ਚੱਲੇ। ਸੰਸਦ ਦੀ ਗੱਲ ਮੰਨੀ ਜਾਣੀ ਚਾਹੀਦੀ ਹੈ। ਯਾਨੀ ਕਿ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਆਪਣੇ ਯਕੀਨ 'ਚ ਲੈ ਕੇ ਕੰਮ ਕਰਨਾ ਚਾਹੀਦਾ ਸਰਕਾਰ ਨੂੰ। ਮਹੱਤਵਪੂਰਨ ਮਾਮਲੇ 'ਤੇ ਸੰਸਦ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ। ਠੀਕ ਹੈ, ਵਿਚਾਰ ਵਟਾਂਦਰਾ ਬਹੁਤ ਪੂਰੀ ਤਰੀਕੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਜੋ ਕਾਨੂੰਨ ਪਾਸ ਹੋ ਰਿਹਾ ਉਸ ਦੀ ਸੋਚ ਸਮਝ ਬਹੁਤ ਜ਼ਰੂਰੀ ਹੈ। ਔਰ ਇਹ ਸੀਗਾ ਅੱਜ ਦਾ ਵੀਡੀਓ। ਇਸ ਦੇ ਲਈ ਜੋ ਵੀ ਤੁਹਾਨੂੰ ਲੱਗਦਾ ਹੈ ਇਸ ਦੇ ਵਿੱਚ ਕਿ ਵੀ ਹਾਂ ਕੀ ਇੰਪਰੂਵਮੈਂਟ ਦੀ ਲੋੜ ਹੈ, ਤੁਸੀਂ ਕਮੈਂਟ ਕਰ ਸਕਦੇ ਹੋ। ਮੈਂ ਇਸ 'ਤੇ ਡਿਟੇਲ ਵੀਡੀਓ ਬਣਾਵਾਂਗਾ। ਇਹ ਅੱਜ ਇਸ ਲਈ ਜਲਦੀ 'ਚ ਬਣਾ ਰਿਹਾ ਕਿ ਵੀ ਹੁਣ ਤੁਹਾਡਾ 12 ਨੂੰ ਟੈਸਟ ਹੈ ਅਤੇ ਤੁਹਾਡੇ ਕੋਲ ਕੁਛ ਨਾ ਕੁਛ ਮਟੀਰੀਅਲ ਹੋਵੇ ਜਿਸ ਦੇ ਕਰਕੇ ਤੁਸੀਂ ਉਸ ਟੈਸਟ ਨੂੰ ਦੇ ਸਕੋ। ਉਮੀਦ ਹੈ ਕਿ ਵੀ ਤੁਹਾਨੂੰ ਵੀਡੀਓ ਵਧੀਆ ਲੱਗੇਗਾ। ਲਾਈਕ ਕਰਿਓ, ਸ਼ੇਅਰ ਕਰਿਓ ਅਤੇ
ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਅਤੇ ਹਾਂ ਇੱਕ ਗੱਲ ਹੋਰ ਜੋ ਮੈਂ ਤੁਹਾਨੂੰ ਦੱਸਦਾ ਆਮ ਤੌਰ 'ਤੇ ਕਿ ਵੀ ਬੇਟਾ ਸਾਰੇ ਪੁਆਇੰਟਾਂ ਨੂੰ ਜ਼ਰੂਰ ਲਿਖ ਕੇ ਦੇਖੋ, ਅਲੱਗ ਅਲੱਗ ਪੁਆਇੰਟਾਂ ਨੂੰ, ਔਰ ਇਹਨਾਂ ਨੂੰ ਆਪਣੇ ਤਰੀਕੇ ਨਾਲ ਐਕਸਪਲੇਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਇੰਨਾ ਵੀ ਕਰਦੇ ਹੋ ਤਾਂ ਵੀ ਤੁਸੀਂ 6 ਨੰਬਰ 4 ਨੰਬਰ ਵਾਲੇ ਪ੍ਰਸ਼ਨ ਈਜ਼ੀਲੀ ਕਰ ਸਕਦੇ ਹੋ। 1 ਨੰਬਰ ਵਾਲੇ ਪ੍ਰਸ਼ਨਾਂ ਲਈ ਜਾਂ 2 ਨੰਬਰ ਵਾਲੇ ਪ੍ਰਸ਼ਨਾਂ ਲਈ ਅਤੇ ਸਿਰਫ ਪੁਆਇੰਟਾਂ ਦੀ ਹੀ ਜ਼ਿਆਦਾਤਰ ਲੋੜ ਹੁੰਦੀ ਹੈ। ਧੰਨਵਾਦ। ਟੇਕ ਕੇਅਰ। ਗॉड ਬਲੈਸ ਯੂ।